अपनी रिएक्शन अपनी वीडियो है टाई एंड टॉय हाइड्रिकल कोल्स पार्ट 3 ਦੇ ਵਿੱਚ ਆਪਾਂ ਦੋ ਰਿਐਕਸ਼ਨਾਂ ਕਰਾਂਗੇ ਆਕਸੀਡੇਟਿਵ ਕਲੀਵੇਜ ਆਫ ऑन टू ग्लाइकोल्स एंड पिनाकोल और रीअरेंजमेंट। ਇਹਨਾਂ ਬਾਰੇ ਡਿਟੇਲ ਦੇ ਵਿੱਚ ਪੜਾਂਗੇ। ਦੋਨੇ ਰਿਐਕਸ਼ਨਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। ਤਾਂ ਡਿਟੇਲ ਦੇ ਵਿੱਚ ਕਰਾਂਗੇ ਇਸ ਵੀਡੀਓ ਦੇ ਵਿੱਚ। ਆਪਾਂ ਪਹਿਲੀ ਹੈ ਆਕਸੀਡੇਟਿਵ ਕਲੀਵੇਜ ਆਫ ऑन टू ग्लाइकोल्स। ਆਕਸੀਡੇਟਿਵ ਕਲੀਵੇਜ ਮਤਲਬ ਪਹਿਲਾਂ ਆਕਸੀਡੇਸ਼ਨ ਵੀ ਹੋਊਗੀ, ਕਲੀਵੇਜ ਦਾ मतलब कि नाल दी नाल बॉन्ड भी टुटूगा, ठीक है। तो ऑक्सीडेशन होगी एज वेल एज बॉन्ड भी टुटूगा। यह जी रिएक्शन उस टाइम कहांगे ऑक्सीडेटिव क्लीवेज ऑफ 1,2 ग्लाइकोल्स। ਹੁਣ ਇਸ ਰਿਐਕਸ਼ਨ ਦੇ ਵਿੱਚ ਹੁੰਦਾ ਕੀ ਹੈ, ਜਦੋਂ 1,2 ਗਲਾਈਕੋਲਸ ਨੇ ਜਿਹੜੇ ਪੀਰੀਓਡਿਕ ਐਸਿਡ ਜਿਹੜਾ ਕਿ HiO4 ਹੁੰਦਾ ਜਾਂ ਫਿਰ ਲੈਡ ਟੈਟਰਾਐਸੀਟੇਟ PbCH3COO4 ਲੈਡ ਹੁੰਦਾ Pb, ठीक है। ਟੈਟਰਾ मतलब 4 ਐਸੀਟੇਟਸ ਨੇ CH3COO ਨੈਗੇਟਿਵ, 4 ਐਸੀਟੇਟ ਲੈਡ ਨਾਲ ਜੁੜੇ ਤੇ ਲੈਡ ਟੈਟਰਾਐਸੀਟੇਟ। ਤਾਂ ਉਹਦੇ ਵਿੱਚ ਹੋਊਗਾ ਕਿ ਰਿਐਕਸ਼ਨ ਦੇ ਵਿੱਚ CC ਬੌਂਡ ਟੁੱਟ ਜੂਗਾ। ਕਿਹੜਾ CC ਬੌਂਡ ਟੁੱਟੂਗਾ? ਜਿਹੜੀਆਂ ਕਾਰਬਨਾਂ ਨਾਲ ਹਾਈਡਰੋਕਸਿਲ ਗਰੁੱਪਸ ਲੱਗੇ ਹੋਣਗੇ, ਕਿਉਂਕਿ 1,2 ਗਲਾਈਕੋਲਸ ਹੈ ਤਾਂ ਦੋ ਨਾਲ ਵਾਲੀਆਂ ਕਾਰਬਨਸ ਤੇ ਹਾਈਡਰੋਕਸਿਲ ਗਰੁੱਪਸ ਹੋਣਗੇ A1 A2, ਠੀਕ ਹੈ। ਤਾਂ ਆਹ ਦੋਨੇ ਕਾਰਬਨਾਂ ਦਾ ਜਿਹੜਾ ਆ ਬੌਂਡ ਹੈ, ਇਹ ਬੌਂਡ ਜਿਹੜਾ ਹੈ ਇਹ ਟੁੱਟ ਜੂਗਾ, ਆਹ ਬੌਂਡ ਟੁੱਟ ਜੂਗਾ, ਠੀਕ ਹੈ। ਜਦੋਂ ਆਹ ਬੌਂਡ ਟੁੱਟਿਆ, ਚਾਹੇ ਤੁਸੀਂ ਆਹ ਰੀਏਜੈਂਟ ਯੂਜ਼ ਕਰ ਲਓ ਚਾਹੇ ਆਹ ਰੀਏਜੈਂਟ ਯੂਜ਼ ਕਰ ਲਓ। ਹੁਣ ਆਪਾਂ ਕੀ ਪੜ੍ਹਿਆ ਸੀ? ਆਕਸੀਡੇਟਿਵ ਕਲੀਵੇਜ ਹੋ ਗਈ। ਹੁਣ ਆਕਸੀਡੇਸ਼ਨ ਹੋਊਗੀ। ਅਲਕੋਹਲ ਦੀ ਆਕਸੀਡੇਸ਼ਨ ਨਾਲ ਕੀ ਬਣਦਾ ਗਾ? ਐਲਡੀਹਾਈਡ ਜਾਂ ਫਿਰ ਕੀਟੋਨ, ਠੀਕ ਹੈ। ਪਹਿਲਾਂ ਤਾਂ ਕਲੀਵੇਜ ਹੋਊਗੀ, ਫਿਰ ਆਕਸੀਡੇਸ਼ਨ ਹੋਊਗੀ। ਆਕਸੀਡੇਟਿਵ ਕਲੀਵੇਜ ਹੋ ਗਈ। ਆਕਸੀਡੇਸ਼ਨ ਜਦੋਂ ਅਲਕੋਹਲ ਦੀ ਹੋਈ ਤਾਂ ਕੀ ਬਣਿਆ ਆਪਣੇ ਕੋਲੇ? ਕੀਟੋਨ, ਐਲਡੀਹਾਈਡ ਜਾਂ ਕੀਟੋਨ। ਜਿਵੇਂ ਫੋਰ ਐਗਜ਼ਾਮਪਲ ਆਪਾਂ ਇੱਥੇ ਕਰ ਰਹੇ ਹਾਂਗੇ CH2OH ਇਥਾਈਲਿਨ ਗਲਾਈਕੋਲ HiO4 ਦੀ ਪ੍ਰੈਜ਼ੈਂਸ ਦੇ ਵਿੱਚ HCHO ਤੇ HCHO, ਠੀਕ ਹੈ। ਆ ਬੌਂਡ ਟੁੱਟਿਆ, ਠੀਕ ਹੈ। CH2 ਤਾਂ ਹੈਗਾ ਹੀ ਆ, OH ਦਾ ਕੀ ਬਣ ਗਿਆ? ਡਬਲ ਬੌਂਡ ਹੋ ਤਾਂ HCHO ਇਸੇ ਤਰ੍ਹਾਂ ਹੀ ਇਹਦਾ HiO3H2, ਠੀਕ ਹੈ। ਉਸ ਤੋਂ ਬਾਅਦ ਦੂਸਰੀ ਐਗਜ਼ਾਮਪਲ ਹੈ CH3CHOH CH2OH ਪ੍ਰੋਪਾਈਲਿਨ ਗਲਾਈਕੋਲ HiO4, ਠੀਕ ਹੈ। ਇੱਥੋਂ ਆ ਬੌਂਡ ਟੁੱਟ ਗਿਆ ਤਾਂ CH3CHO HCHO, ਠੀਕ ਹੈ। CH3CHO HCHO ਅੱਗੇ HiO4 ਹੈ ਜਿਹੜਾ, ਠੀਕ ਹੈ। ਇਹਨੇ ਆਕਸੀਜਨ ਇੱਧਰ ਦੇਤੀ ਤਾਂ HiO3 ਰਹਿ ਜੂਗਾ, ਨਾਲ ਕੀ ਬਣ ਜੂਗਾ? ਵਾਟਰ ਦਾ ਮੋਲੀਕਿਊਲ। ਇਹਨਾਂ ਦੋਨਾਂ ਨੂੰ ਜਦੋਂ ਰਿਮੂਵ ਕੀਤਾ ਤਾਂ ਕੀ ਆ ਗਿਆ? ਵਾਟਰ, ਠੀਕ ਹੈ। ਨੈਕਸਟ ਹੈ ਲੈਡ ਟੈਟਰਾਐਸੀਟੇਟ ਦੇ ਨਾਲ ਕੀ ਆਪਣੇ ਕੋਲ ਇਹ ਬਣਨਗੇ ਸੇਮ। ਜਦੋਂ ਆਪਾਂ ਰਿਐਕਸ਼ਨ ਦੇਖਦੇ ਹਾਂ, ਸੇਮ ਰਿਐਕਟੈਂਟ ਦੇਖਿਆ ਆਪਾਂ ਪ੍ਰੋਪਾਈਲਿਨ ਗਲਾਈਕੋਲ, ਉਹਦੇ ਵਿੱਚ ਪ੍ਰੋਡਕਟ ਆ ਦੋਨੇ ਸੇਮ ਬਣੇ, ਠੀਕ ਹੈ। ਆ ਦੋਨੇ ਪ੍ਰੋਡਕਟ ਜਿਹੜੇ ਕਿਉਂਕਿ ਇਹਦੇ ਕਰਕੇ ਬਣਦੇ ਸੀ, ਆਹ ਦੋਨੇ ਪ੍ਰੋਡਕਟ ਨੇ ਜਿਹੜੇ ਉਹ ਇਹਦੇ ਕਰਕੇ ਬਣਨਗੇ। ਮਤਲਬ ਕੀ ਬਣੂਗਾ? ਲੈਡ ਡਾਈਐਸੀਟੇਟ ਤੇ ਦੋ ਮੋਲੀਕਿਊਲਸ ਐਸੀਟਿਕ ਐਸਿਡ ਦੇ ਬਾਹਰ ਨਿਕਲ ਜਾਣਗੇ ਹੁਣ, ਠੀਕ ਹੈ। ਨੈਕਸਟ ਆਕਸੀਡੇਸ਼ਨ ਆਫ 1,2 ਗਲਾਈਕੋਲਸ ਵਿਦ ਪੀਰੀਓਡਿਕ ਐਸਿਡ ਇਜ਼ ਆਲਸੋ ਕਾਲਡ ਮੈਲਾਪਰੇਟ ਰਿਐਕਸ਼ਨ, ਠੀਕ ਹੈ। ਇਸ ਰਿਐਕਸ਼ਨ ਦਾ ਇੱਕ ਹੋਰ ਖਾਸ ਨਾਮ ਦਿੱਤਾ ਹੋਇਆ ਇਹਨੂੰ। ਜਦੋਂ ਸਿਰਫ ਆਪਾਂ HiO4 ਯੂਜ਼ ਕਰਦੇ ਹਾਂ, ਪੀਰੀਓਡਿਕ ਐਸਿਡ ਯੂਜ਼ ਕਰਦੇ ਹਾਂ ਸਿਰਫ ਉਸੇ ਟਾਈਮ 'ਤੇ, ਲੈਡ ਟੈਟਰਾਐਸੀਟੇਟ ਦੀ ਪ੍ਰੈਜ਼ੈਂਸ 'ਚ ਨਹੀਂ। ਜਦੋਂ ਪੀਰੀਓਡਿਕ ਐਸਿਡ ਯੂਜ਼ ਕਰਦੇ ਹਾਂ ਉਸ ਟਾਈਮ 'ਤੇ ਇਸ ਰਿਐਕਸ਼ਨ ਦਾ ਨਾਮ ਕੀ ਹੈ? ਮੈਲਾਪਰੇਟ ਰਿਐਕਸ਼ਨ। ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈ ਇਹਦੇ ਵਿੱਚ ਕੀ ਹੈ? ਸਪੈਸੀਫਿਸਿਟੀ ਦਾ ਮਤਲਬ ਕੀ ਹੁੰਦਾ ਹੈਗਾ? ਸਪੈਸੀਫਿਕ ਹੁੰਦੀ ਹੈ ਇਹ ਰਿਐਕਸ਼ਨ। ਇਹਦਾ ਮਤਲਬ ਕਿ ਸਪੈਸੀਫਿਕ ਹੁੰਦਾ ਕਿਸੇ ਇੱਕ ਨਾਲ ਰਿਐਕਟ ਕਰਨਾ, ਦੂਸਰੇ ਨਾਲ ਰਿਐਕਟ ਨਾ ਕਰਨਾ, ਠੀਕ ਹੈ। ਮਤਲਬ ਇੱਕ ਨਾਲ ਹੀ ਰਿਐਕਟ ਕਰਨਾ, ਬਾਕੀ ਹੋਰ ਕਿਸੇ ਨਾਲ ਵੀ ਨਾ ਰਿਐਕਟ ਕਰਨਾ, ਇਹ ਚੀਜ਼ ਹੁੰਦੀ ਹੈ ਸਪੈਸੀਫਿਸਿਟੀ, ਠੀਕ ਹੈ। ਮਤਲਬ 1 by 1 ਇੱਕ ਹੈ ਜਿਹੜਾ ਉਹ ਇਸੇ ਨਾਲ ਹੀ ਰਿਐਕਟ ਕਰੂਗਾ, ਦੂਸਰੇ ਹੋਰ ਕਿਸੇ ਨਾਲ ਵੀ ਨਹੀਂ ਕਰੂਗਾ, ਇਹ ਹੁੰਦਾ ਸਪੈਸੀਫਿਕ, ਠੀਕ ਹੈ। ਹੁਣ ਇਹ ਰਿਐਕਸ਼ਨ ਸਪੈਸੀਫਿਕ ਕਿਵੇਂ ਹੈ? ਇਹ ਰਿਐਕਸ਼ਨ ਸਪੈਸੀਫਿਕ ਇੱਦਾਂ ਹੈ ਕਿ ਇਹ ਸਿਰਫ 1,2 ਗਲਾਈਕੋਲਸ ਜਿੱਥੇ ਦੋ ਕਾਰਬਨਸ ਅਤੇ ਦੋ ਨਾਲ ਵਾਲੀਆਂ ਕਾਰਬਨਸ 'ਤੇ ਹਾਈਡਰੋਕਸਿਲ ਗਰੁੱਪ ਲੱਗੇ ਹੋਇਆ, ਸਿਰਫ ਉਹੀ ਜਿਹੜੇ ਇਹ ਡਾਈਓਲਸ ਨੇ ਉਹੀ ਸ਼ੋ ਕਰਨਗੇ। ਜੇ ਮੰਨ ਲਓ 1,3 ਡਾਈਓਲ ਹੈ, ਜਿਵੇਂ ਇੱਕ ਛੱਡ ਕੇ ਕਾਰਬਨ ਲੱਗਿਆ ਹੋਇਆ, ਜਾਂ 1,4 ਹੈ, 1,5 ਹੈ, 1,6 ਹੈ, ਕੋਈ ਵੀ ਡਾਈਓਲ ਹੈ, ਉੱਥੇ ਇਹ ਰਿਐਕਸ਼ਨ ਨਹੀਂ ਚੱਲੂਗੀ, ਠੀਕ ਹੈ। ਉੱਥੇ ਇਹ ਰਿਐਕਸ਼ਨ ਜਿਹੜੀ ਹੈ ਉਹ ਨਹੀਂ ਸ਼ੋ ਕਰੂਗਾ। ਤਾਂ ਇਹ ਸਪੈਸੀਫਿਕ ਰਿਐਕਸ਼ਨ ਹੈ 1,2 ਗਲਾਈਕੋਲਸ ਦੀ, 1,2 ਗਲਾਈਕੋਲਸ ਦੀ ਸਪੈਸੀਫਿਕ ਰਿਐਕਸ਼ਨ ਹੈ। ਤਾਂ ਕਰਕੇ ਇਹ ਰਿਐਕਸ਼ਨ ਦੀ ਸਪੈਸੀਫਿਸਿਟੀ ਹੈ। ਮਤਲਬ ਚਾਹੇ 1,3 ਹੋਵੇ ਚਾਹੇ 1,4 ਹੋਵੇ,
ਇਹ ਰਿਐਕਸ਼ਨ ਨਹੀਂ ਹੋਊਗੀ, ਸਿਰਫ 1 2 ਦੇ ਵਿੱਚ ਹੀ ਹੋਊਗੀ। ਉਸ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਕੀ ਹੈ ਵੀ HiO4 ਹੈ ਜਿਹੜਾ ਪੀਰੀਓਡਿਕ ਐਸਿਡ ਹੈ ਉਸ ਦੀਆਂ ਤਾਂ ਰਿਐਕਸ਼ਨਾਂ ਐਕੁਅਸ ਮੀਡੀਅਮ ਦੇ ਵਿੱਚ ਹੋਣਗੀਆਂ, ਮਤਲਬ ਵਾਟਰ ਦੇ ਵਿੱਚ, ਅਤੇ ਜਿਹੜਾ ਲੈਡ ਟੈਟਰਾਐਸੀਟੇਟ ਹੈ ਉਹਦੀਆਂ ਰਿਐਕਸ਼ਨਸ ਨੇ ਜਿਹੜੀਆਂ ਉਹ ਆਰਗੈਨਿਕ ਸੋਲਵੈਂਟ ਦੇ ਵਿੱਚ ਹੋਣਗੀਆਂ। HiO4 ਵਾਟਰ ਦੇ ਵਿੱਚ, ਲੈਡ ਟੈਟਰਾਐਸੀਟੇਟ ਆਰਗੈਨਿਕ ਸੋਲਵੈਂਟਸ ਵਿੱਚ, ਠੀਕ ਹੈ। ਜਿੱਥੇ 2 ਜਾਂ ਵੱਧ ਰੀਏਜੈਂਟਸ ਆ ਜਾਂਦੇ ਨੇ ਆਪਣੇ ਕੋਲ, ਮਤਲਬ 2 ਜਾਂ ਵੱਧ ਰੀਏਜੈਂਟਸ ਨਾਲ ਆਪਾਂ ਸੇਮ ਰਿਐਕਸ਼ਨ ਕਰ ਸਕਦੇ ਹਾਂ, ਤਾਂ ਉੱਥੇ ਹਮੇਸ਼ਾ ਹੁੰਦਾ ਜਿਵੇਂ ਉਹਦੇ ਵਿੱਚ ਵੀ ਹੋਇਆ ਸੀ ਆਪਣਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਅਤੇ ਸੋਡੀਅਮ ਬੋਰੋਹਾਈਡਰਾਈਡ ਦੇ ਵਿੱਚ, ਠੀਕ ਹੈ। ਇੱਕ ਆਰਗੈਨਿਕ 'ਚ ਸੀਗਾ ਮਤਲਬ ਐਲਕੋਹਲ ਵਗੈਰਾ 'ਚ, ਦੂਸਰਾ ਸੀਗਾ ਵਾਟਰ ਦੇ ਵਿੱਚ, ਠੀਕ ਹੈ। ਉਹ ਚਲੋ ਪੁਰਾਣੀਆਂ ਗੱਲਾਂ ਨੇ। ਨੈਕਸਟ ਹੈ ਆਪਣੇ ਕੋਲ ਮਕੈਨਿਜ਼ਮ, ਕਿਉਂਕਿ 2 ਰੀਏਜੈਂਟ ਨੇ ਤਾਂ 2 ਤਰ੍ਹਾਂ ਦੇ ਇਹਦੇ ਮਕੈਨਿਜ਼ਮ ਹੋਣਗੇ। ਪਹਿਲਾ HiO4 ਨਾਲ, ਦੂਸਰਾ ਲੈਡ ਟੈਟਰਾਐਸੀਟੇਟ ਦੇ ਨਾਲ। ਜਿਹੜਾ HiO4 ਵਾਲਾ ਮਕੈਨਿਜ਼ਮ ਹੈ ਉਹਦੇ ਵਿੱਚ ਕੀ ਹੈ ਵੀ ਸਭ ਤੋਂ ਪਹਿਲਾਂ ਤਾਂ HiO4 ਹੈ ਜਿਹੜਾ ਵਾਟਰ ਦੀ ਪ੍ਰੈਜੈਂਸ ਦੇ ਵਿੱਚ ਹਾਈਡਰੇਟ ਹੋ ਜਾਂਦਾ, ਹਾਈਡਰੇਟ ਹੋ ਕੇ ਉਹ ਵਾਟਰ ਨਾਲ ਐਸੋਸੀਏਸ਼ਨ ਕਰ ਲੈਂਦਾ। ਐਸੋਸੀਏਸ਼ਨ ਦਾ ਮਤਲਬ ਕੀ ਆ ਵੀ 2 ਮੋਲੀਕਿਊਲਸ ਵਾਟਰ ਦੇ ਉਹਦੇ ਵਿੱਚ ਐਡ ਹੋ ਜਾਂਦੇ ਆ HiO4 ਦੇ ਵਿੱਚ, ਠੀਕ ਹੈ। ਤਾਂ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਤਾਂ HiO4 + 2 ਵਾਟਰ ਮੋਲੀਕਿਊਲਸ H5IO6, ਠੀਕ ਹੈ। ਉਹਦੇ ਵਿੱਚੋਂ ਹੁਣ ਇਹ ਕੀ ਕਰੂਗਾ, ਇਹ ਬਹੁਤ ਜ਼ਿਆਦਾ ਕਿਉਂਕਿ ਬਿਗਰ ਮੋਲੀਕਿਊਲ ਹੋ ਗਿਆ ਤਾਂ ਇਹ ਐਸਿਡਿਕ ਬਹੁਤ ਜ਼ਿਆਦਾ ਹੋਊਗਾ, H ਪੋਜ਼ੀਟਿਵ ਲੂਜ਼ ਕਰ ਦੂਗਾ, H4IO6 ਨੈਗੇਟਿਵ ਬਣਾ ਦੂਗਾ, ਠੀਕ ਹੈ। H5IO6 ਸੀਗਾ, ਇੱਕ H ਲੂਜ਼ ਕਰਤੀ, H4IO6 ਕਿਉਂਕਿ H ਪੋਜ਼ੀਟਿਵ ਲੂਜ਼ ਹੋਇਆ ਤਾਂ ਇੱਥੇ ਕੀ ਆ ਜਾਊਗਾ ਨੈਗੇਟਿਵ ਚਾਰਜ, ਠੀਕ ਹੈ। ਨਹੀਂ ਜਿਹੜਾ ਹੈ ਕਿਉਂਕਿ ਬਹੁਤ ਜ਼ਿਆਦਾ ਸਾਈਜ਼ ਇਹਦਾ ਵੱਡਾ ਹੈ ਤਾਂ ਬਹੁਤ ਜ਼ਿਆਦਾ ਐਕਟਿਵ ਹੋਊਗਾ, ਰਿਐਕਟਿਵ ਹੋਊਗਾ ਸਪੀਸੀਸ। ਦਿਸ ਐਕਟਿਵ ਸਪੀਸੀਸ ਹੈ ਜਿਹੜਾ ਇਹ ਜਾ ਕੇ ਡਾਈਓਲ 'ਤੇ ਅਟੈਕ ਕਰੂਗਾ, ਠੀਕ ਹੈ। ਜਦੋਂ ਇਹਨੇ ਡਾਈਓਲ 'ਤੇ ਅਟੈਕ ਕੀਤਾ ਤਾਂ ਆਹ ਇਹਦਾ ਸਟਰਕਚਰ ਹੈ, ਠੀਕ ਹੈ। ਆਹ ਸਟਰਕਚਰ ਦੇਖੋ ਅਤੇ ਆਹ ਸਟਰਕਚਰ ਦੇਖੋ। ਜਦੋਂ ਇਹਨੇ ਡਾਈਓਲ 'ਤੇ ਅਟੈਕ ਕੀਤਾ ਤਾਂ ਹੋਇਆ ਕਿ ਇੱਥੋਂ 2 ਵਾਟਰ ਦੇ ਮੋਲੀਕਿਊਲਸ ਨੇ ਜਿਹੜੇ ਉਹ ਬਾਹਰ ਨਿਕਲ ਗਏ, ਠੀਕ ਹੈ। 2 ਵਾਟਰ ਦੇ ਜਦੋਂ ਮੋਲੀਕਿਊਲਸ ਬਾਹਰ ਨਿਕਲ ਗਏ ਤਾਂ ਆਹ CH ਨੇ ਆਹ O ਨਾਲ ਬੌਂਡ ਬਣਾ ਲਿਆ, ਆਹ CH ਨੇ ਆਹ O ਨਾਲ ਬੌਂਡ ਬਣਾ ਲਿਆ, ਠੀਕ ਹੈ। ਹੁਣ ਜਦੋਂ ਇਹਨੇ ਬੌਂਡ ਬਣਾਇਆ ਤਾਂ ਇਹ ਬਣਿਆ ਕਿ ਆਪਣੇ ਕੋਲ ਸਾਈਕਲਿਕ ਐਸਟਰ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਹਾਂ ਸਾਈਕਲਿਕ ਐਸਟਰ। ਸਾਈਕਲਿਕ ਐਸਟਰ ਬਣਾ ਲਿਆ ਇਹਨੇ। ਉਸ ਤੋਂ ਬਾਅਦ ਇਹ ਸਾਈਕਲਿਕ ਐਸਟਰ ਜਿਹੜਾ ਇੱਥੇ ਰੀਅਰੇਂਜਮੈਂਟ ਦੁਬਾਰੇ ਹੋਊਗੀ। ਰੀਅਰੇਂਜਮੈਂਟ ਹੋਣ ਨਾਲ ਇੱਥੋਂ ਵਾਟਰ ਦਾ ਮੋਲੀਕਿਊਲ ਜਿਹੜਾ ਹੈ ਉਹ ਫਿਰ ਨਿਕਲੂਗਾ। ਜਦੋਂ ਵਾਟਰ ਦਾ ਮੋਲੀਕਿਊਲ ਨਿਕਲ ਗਿਆ ਤਾਂ ਇੱਕ ਬੌਂਡ ਟੁੱਟਿਆ ਇਹਦਾ, ਇੱਥੇ ਜਿਹੜਾ ਇੱਕ ਬੌਂਡ ਸੀ ਇਹ ਡਬਲ ਬੌਂਡ ਬਣਾ ਲੂਗਾ, ਹਾਈ ਡਬਲ ਬੌਂਡ ਹੋ, ਠੀਕ ਹੈ। ਉਸ ਤੋਂ ਬਾਅਦ ਕੀ ਹੋਊਗਾ ਫਰਦਰ ਰਿਐਕਸ਼ਨ ਦੇ ਵਿੱਚ ਕੀ ਹੋਇਆ ਆਪਣੇ ਕੋਲ ਇੱਥੋਂ ਇੰਟਰਨਲ ਚੇਂਜਸ ਹੋਈਆਂ। ਇੰਟਰਨਲ ਚੇਂਜਸ ਕਿਵੇਂ ਹੋਈਆਂ ਆਪਣੇ ਕੋਲ, ਆਹ ਬੌਂਡ ਪਹਿਲਾਂ ਤਾਂ ਇੱਥੇ ਸ਼ਿਫਟ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਕਲੋਜ਼ ਸਾਈਕਲ ਚਲਾਉਣਾ ਆਪਾਂ, ਆਹ ਬੌਂਡ ਇੱਥੇ ਸ਼ਿਫਟ ਹੋ ਗਿਆ। ਜਿਹੜਾ ਆਹ ਬੌਂਡ ਹੈ ਕਿੱਥੇ ਜਾਊਗਾ ਆਇਓਡੀਨ 'ਤੇ, ਕਿਉਂਕਿ ਆਇਓਡੀਨ ਦਾ ਇੱਕ ਬੌਂਡ ਟੁੱਟਿਆ ਆਹ ਵਾਲਾ, ਠੀਕ ਹੈ। ਤਾਂ ਇਲੈਕਟ੍ਰੋਨ ਇਹਦੇ ਕੋਲ ਚਲੇ ਜਾਣਗੇ। ਇੱਧਰੋਂ ਆਹ ਬੌਂਡ ਟੁੱਟਿਆ ਸੀ ਇਹਦੇ ਇਲੈਕਟ੍ਰੋਨ ਇੱਥੇ ਚਲੇ ਗਏ, ਇੱਧਰੋਂ ਆਹ ਬੌਂਡ ਟੁੱਟਿਆ ਇਹਦੇ ਇਲੈਕਟ੍ਰੋਨ ਇੱਥੇ ਆ ਗਏ, ਠੀਕ ਹੈ। ਇੰਟਰਨਲ ਕਨਵਰਜਨ ਹੋ ਗਈ, RCH ਡਬਲ ਬੌਂਡ ਹੋ, RCH ਡਬਲ ਬੌਂਡ ਹੋ, ਅੱਗੇ IO3 ਨੈਗੇਟਿਵ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਕਹੋਗੇ ਇੱਥੇ ਇਲੈਕਟ੍ਰੋਨ ਆਏ ਸੀ ਜੀ, ਇੱਥੇ ਚਾਰਜ ਕਿਉਂ ਨਹੀਂ ਆਇਆ ਨੈਗੇਟਿਵ, ਠੀਕ ਹੈ। ਉਹ ਨੈਗੇਟਿਵ ਚਾਰਜ ਇਸ ਲਈ ਨਹੀਂ ਆਇਆ ਕਿਉਂਕਿ ਆਇਓਡੀਨ ਦਾ ਸਾਈਜ਼ ਬਹੁਤ ਵੱਡਾ ਹੁੰਦਾ, ਠੀਕ ਹੈ। ਅਤੇ ਉਹਦੇ ਵਿੱਚ ਰਿਡਾਕਸ ਰਿਐਕਸ਼ਨਾਂ ਹੋ ਜਾਂਦੀਆਂ ਨੇ ਨਾਲ ਦੀ ਨਾਲ ਹੀ, ਕਿਉਂਕਿ ਇੱਥੇ ਵੀ ਮੈਂ ਲਿਖਿਆ ਦੇਖੋ ਧਿਆਨ ਨਾਲ ਆਕਸੀਡੇਸ਼ਨ ਰਿਡਕਸ਼ਨ ਰਿਐਕਸ਼ਨਸ, ਠੀਕ ਹੈ। ਆਕਸੀਡੇਸ਼ਨ ਰਿਡਕਸ਼ਨ ਦੋਨੇ ਇਕੱਠੀਆਂ ਹੋਣਗੀਆਂ, ਇਹਨਾਂ ਦੋਨਾਂ ਦੀ ਆਕਸੀਡੇਸ਼ਨ ਹੋ ਜੂਗੀ, ਇਹ ਰਿਡਿਊਸ ਹੋ ਜੂਗਾ, ਠੀਕ ਹੈ। ਇਹਦੀ ਰਿਡਕਸ਼ਨ ਹੋ ਜੂਗੀ ਤਾਂ 2 ਆ ਬਣੇ, ਇੱਕ ਆ ਬਣਿਆ। ਇਹ ਜਿਹੜਾ ਹੈ ਇੱਥੋਂ ਜਿਹੜੀ H ਪਹਿਲਾਂ ਨਿਕਲੀ ਸੀ, ਚਾਹੇ ਇਹ 'ਚੋਂ ਲੈ ਲਓ ਚਾਹੇ ਇਹ 'ਚੋਂ ਲੈ ਲਓ, ਠੀਕ ਹੈ। ਉਹਦੇ ਨਾਲ ਮਿਲ ਕੇ HiO3 ਬਣਾ ਦੂਗਾ। ਨੈਕਸਟ ਹੈ ਆਪਣੇ ਕੋਲ ਲੈਡ ਟੈਟਰਾਐਸੀਟੇਟ। ਜਿਹੜਾ ਲੈਡ ਟੈਟਰਾਐਸੀਟੇਟ ਹੈ ਇਹਦੇ ਵਿੱਚ ਕੀ ਹੈ ਆਪਣੇ ਕੋਲ, ਕਿਉਂਕਿ ਐਸੀਟੇਟ ਆਇਨਸ 4 ਲੈਡ ਨਾਲ ਜੁੜੇ ਹੁੰਦੇ ਨੇ ਤਾਂ ਇਹ ਜਿਹੜਾ ਹੈ ਸਿੰਪਲੀ ਇਹਦੇ ਵਿੱਚੋਂ ਵਾਟਰ ਨਿਕਲਿਆ ਸੀਗਾ, ਠੀਕ ਹੈ। ਜਦੋਂ ਇਹ ਦੋਨੇ OH ਗਰੁੱਪਸ ਨੇ ਇਹਦੇ ਨਾਲ ਰਿਐਕਟ ਕੀਤਾ ਸੀ ਤਾਂ 2 ਵਾਟਰ ਦੇ ਮੋਲੀਕਿਊਲਸ ਨਿਕਲੇ ਸੀ। ਹੁਣ ਇਹ ਦੋਨੇ OH ਜਦੋਂ ਇਹਦੇ ਨਾਲ ਰਿਐਕਟ ਕਰਨਗੇ ਤਾਂ ਕੀ ਨਿਕਲੂਗਾ ਐਸੀਟਿਕ ਐਸਿਡ CH3COOH, ਠੀਕ ਹੈ। CH3COOH CH3COOH
हाँ ऑक्सीजन है जी ये दोनों कार्बन नाल जाके फिर जुड़ जूगी तो सेम जो उपर वाली चीज़ सेम बन गई दोबारे। ठीक है साइकिल सेम बन गया। लैड तो आयोडीन का फर्क है होगा। ठीक है इसमें फिर आप की कहांगे साइक्लिक एस्टर। उस तो बाद इस साइक्लिक एस्टर दे विच दुबारे फिर ऑक्सीडेशन रिडक्शन रिएक्शनस होणगियां। ठीक है ऑक्सीडेशन रिडक्शन रिएक्शनस होणगियां जिहड़ियां उन्हां करके जो बॉन्ड्स की फिजन से फ्यूजन होगी तो अपने को फिर सेम ही प्रोडक्ट जोड़ा उपर बनया सेम ही प्रोडक्ट इतने बन जूगा। बस इतने IO3 नैगेटिव से इतने रेड डाई एसीटेट बन जूगा। बाकी सारी रिएक्शन जी है वो सेम है। हुण यूज ऑफ रिएक्शन इस रिएक्शन के यूज़ की ने अपने को ये दो यूज़ ने। सब तो पहली गल तो सब तो पहला यूज़ इसका है स्ट्रक्चरल ऑक्सीडेशन के आप यूज़ करते हैं स्ट्रक्चर डिटर्मीनेशन के। स्ट्रक्चर डिटर्मीनेशन के किमें जिवें आप एक्शन करके पता करना भी ये किसी कोई मॉलीक्यूल है अपना कोई कंपाउंड है भी वो स्ट्रक्चर किदा का। ठीक है अपन पता लग गया टेस्ट करने भी वो दो हाइड्रोक्सिल ग्रुप्स प्रेजेंट ने। हुण आप ये पता करना भी दो हाइड्रोक्सिल ग्रुप्स ने जोड़े वो इकट्ठे ने एडजेसेंट कार्बनस ते ने या डिफरेंट मतलब दूर दूर वाली कार्बनस ने पहली दूजी ते ने पहली तीजी ते ने पहली चौथी ते ने किवें ने। ठीक है तो वो पता करने वास्ते आप रिएक्शन यूज़ कर सकते हैं क्योंकि इतने सिर्फ जो 1,2 डाईओल होगा उस टाइम पर ही रिएक्शन होगी क्लीवेज होगी। ठीक है जो 1,3,1,4 डाईओल होगा जिवें आप पिछले डिस्कस किया उत्थे ही रिएक्शन नहीं होगी तो सिर्फ 1,2 ही देंगे तो आपको पता लग जूगा भी यह 1,2 डाईओल ग्लाइकोल है या नहीं है। ठीक है इतों आप ये पता कर सकते हैं करेक्शन। दूसरा जो यूज़ है वो की है आप ये पता कर सकते हैं भी किन्ने मॉलीक्यूल दे विच एडजेसेंट OH ग्रुप्स ने। ठीक है जिवें इत्थे जनरल रिएक्शन दे विच की सीगा आप जो देखा सी दो कार्बन वाली कार्बन तो जो दो OH ग्रुप्स ने उदों एक बॉन्ड टुटदा ना एक CC बॉन्ड टुटदा एक CC बॉन्ड टुटण दे लई एक HIO4 का मॉलीक्यूल लगदा। ठीक है जिवें अपने को एग्जाम्पल है इतने दो CC बॉन्ड टुटणगे आ भी टुटूगा आ भी टुटूगा। ठीक है आ दोनों जो बॉन्ड टुटणगे तो उत्थे की लगूगा 2 मॉलीक्यूल्स HIO4 तो यूज़ होणगे। मतलब एक कार्बन कार्बन बॉन्ड वास्ते एक HIO4 का मॉलीक्यूल यूज़ होंदा जिन्ने कार्बन कार्बन बॉन्ड्स होणगे। ठीक है उन्ने HI4 के मॉलीक्यूल्स यूज़ होणगे तो हरेक कार्बन क्योंकि OH ग्रुप लग्या हुआ होगा जदों ये टुटूगी। ठीक है तो उस टाइम पर की होगा अपन पता लग जू भी किन्ने OH ग्रुप्स प्रेजेंट ने। जिवें मान लो 5 कार्बन कार्बन बॉन्ड टुटे। ठीक है तो वो 6 हाइड्रोक्सिल ग्रुप्स प्रेजेंट ने इतने 2 बॉन्ड टुटे तो 3 ने एक टुटिया तो 2 ने। ठीक है जिन्ने टुटणगे बॉन्ड कार्बन कार्बन उस तो एक वध हाइड्रोक्सिल ग्रुप्स प्रेजेंट ने। ठीक है इतने 2 आज यूज हुए तो 2 कार्बन कार्बन बॉन्ड टुटे मतलब हाइड्रोक्सिल ग्रुप्स किन्ने ने 3। तो आप नंबर ऑफ हाइड्रोक्सिल ग्रुप्स है जो वो पता कर सकते हैं रिएक्शन जिवें ग्लूकोज के 5 बॉन्ड टुटते हैं 1 2 3 4 5। ठीक है तो किन्ने ये ने 6 ने। ठीक है वैसे 6 मतलब ये कार्बन आने आप इदा पता कर सकते हैं हाइड्रोक्सिल ग्रुप्स भी पता कर सकते। ठीक है हुण नैक्सट एक ये ना जी प्रॉब्लम आऊगी वो सारिਆਂ ये आऊगी भी थानू नहीं पता लगना है भी तुसी मतलब की प्रोडक्ट की बनाना है मतलब ये प्रोडक्ट की बनूगा इस सेक्शन का। जिदा ना अपने को है जिदा आप ये चीज़ ली CH3 CHOH CH2OH इतने अपन पता की लगेगा प्रोडक्ट की बनूगा। सब तो पहले ना यही कन्फ्यूजन होगी भी इतने कई थावां ते तुसीं देखा होगा जिवें इत्थे एसिड बन जाता इत्थे एल्डिहाइड जां कीटोन बनते इत्थे फिर एसिड बन के इत्थे एल्डिहाइड कीटोन बनया। तो ये चीज़ किवें पता लगूगी ये चीज़ देखने लिए सब तो पहले कार्बन कार्बन बॉन्ड तोड़ दो। ठीक है अपने को की बनया CH3 CHOH ये पहला ही है एक बॉन्ड तोड़िया जिथे बॉन्ड तोड़िया उत्थे चुप करके OH ला दो। ठीक है इस तरह ही ये करो CHHOH OH। ठीक है लाता हुण एक कार्बन ते सिर्फ एक ही हाइड्रोक्सिल ग्रुप रह सकता जो 2 हाइड्रोक्सिल ग्रुप होणगे उत्थे जिवें मान लो आ चीज़ याद रखियो जो 2 हाइड्रोक्सिल ग्रुप्स होणगे। ठीक है तो उत्थों एक वाटर का मॉलीक्यूल निकल जूगा तो की बन जूगा C डबल बॉन्ड O। जे 3 हाइड्रोक्सिल ग्रुप्स होणगे ठीक है तो वो भी नहीं रह सकते उत्थों भी वाटर का मॉलीक्यूल एक बाहर निकल जूगा तो बन के जाऊगा आ बॉन्ड इत्थे आ जाऊगा C डबल बॉन्ड O इधर OH। ठीक है C डबल बॉन्ड O OH।
एच। ठीक है, जो दो हाइड्रोक्सिल ग्रुप होंगे तो एल्डिहाइड या कीटोन बनूगा, जो तीन हाइड्रोक्सिल ग्रुप्स होंगे उदों कार्बोक्सिलिक एसिड बनूगा। बस आ चीज़ याद रखनी है। हुण इत्थे अपने कोल इत्थे भी दो हाइड्रोक्सिल ग्रुप, ठीक है, वाटर का मॉलीक्यूल आप बाहर कट्टा तो एक ही बन गया अपने को CH3C डबल बॉन्ड O ते H। ठीक है, इत्थे भी दो हाइड्रोक्सिल ग्रुप से वाटर बाहर कट्टा तो की बनया HCHO। ठीक है, आही चीज़ बनती सी, देखो सी। ठीक है, आ पे एसिटाल्डिहाइड CH3CHO तो HCHO, CH3CHO तो HCHO। ठीक है, हुण कई थावां ते की होगा एसिड भी बनता नाल, जिवें इत्थे अपने कोल एसिड बनया सी। ठीक है, उहदे विच की होगा वो भी देख लैने आपां, CH2OH CHOH CH2OH। ठीक है, हुण जिस कार्बन का तो एक बॉन्ड टुटदा उत्थे तो आपां एक OH लाया सी, जिस कार्बन के दो बॉन्ड टुटणगे उत्थे आपां दो OH लावांगे। पहला तो बॉन्ड तोड़ो। ठीक है, आ की बन गया CH2OH ते OH, एक बॉन्ड टुट्टिया दा एक OH लाता, इत्थों फिर वाटर का मॉलीक्यूल निकलिया तो एक ही बन गया HCHO, जिवें आ बनया सी। ठीक है, हुण आह जिहड़ा है CHOH, एक उपरला एक थल्ले वाला, दो बॉन्ड टुटे OH ते OH, इहदे नाल तीन OH ग्रुप्स लग गए तो इत्थों वाटर कढ़ता बाहर आपां तो की रह गया HC डबल बॉन्ड OH। ठीक है, आ बन गया फॉर्मिक एसिड। हुण अगला जिहड़ा है CH2OH, इहदे नाल दा ही है तो इहदा की बनूगा HCHO। ठीक है, तो इत्थे की बनया सी अपने कोल HCHO HCOOH HCHO HCOOH HCHO। ठीक है, आ चीज़ बनी सी HiO3 ते 2H2O। जिवें हुण आ ग्लूकोज है। ठीक है, ਇਹਦੇ ਵਿੱਚ देखो ग्लूकोज ਦੇ ਵਿੱਚ CH2OH, ਇਹਦਾ ਕੀ ਬਣੂਗਾ ਆਪਣੇ ਕੋਲ CH2OH ਦਾ HCHO ਇੱਕ ਬਣ ਗਿਆ। ਹੁਣ ਜਿਹੜੇ ਆ ਬਾਕੀ ਸਾਰੇ ਨੇ, ਠੀਕ ਹੈ, ਇੱਕ ਚੀਜ਼ ਦਾ ਧਿਆਨ ਰੱਖੋ, ਆ ਚਾਰ, ठीक है, हाइड्रोक्सिल ग्रुप्स, इन्हां चारां दा देखो एक दो, इस कार्बन का एक दो, इस कार्बन का एक दो, इस कार्बन का एक दो, दो दो बॉन्ड टुट रहे हैं इस कार्बन वांगू, दो दो बॉन्ड टुट रहे हैं जदों, तो उस टाइम ते की होगा, की बनूगा फॉर्मिक एसिड। तो किन्ने ने ये चार, चार तो ये फॉर्मिक एसिड बन गए, पर अपने इतने पंज बन रहे हैं। पंजवां किहदा बनूगा, आह एल्डिहाइड CHO। ਜਦੋਂ ਇਹਦੀ ਆਕਸੀਡੇਸ਼ਨ ਹੋਊਗੀ, ਆਪਾਂ ਨੂੰ ਪਤਾ ਐਲਡੀਹਾਈਡ ਦੀ ਆਕਸੀਡੇਸ਼ਨ ਜਿਹੜੀ ਹੁੰਦੀ ਆ ਉਦੋਂ ਕੀ ਬਣਦਾ ਗਾ COOH। ਠੀਕ ਹੈ, ਤਾਂ ਇੱਕ ਇੱਥੋਂ ਬਣ ਗਿਆ ਕਿਉਂਕਿ ਇਹਦੇ ਨਾਲ H ਲੱਗਿਆ ਹੋਇਆ, ਤਾਂ HCOOH ਇੱਕ ਇੱਥੋਂ ਬਣ ਗਿਆ, ਚਾਰ ਇੱਥੋਂ ਬਣੇ। ਠੀਕ ਹੈ, ਤਾਂ ਟੋਟਲ 5 HCOOH ਬਣੇ, ਇੱਕ HCHO ਬਣਿਆ। ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਵੀ ਕਿੰਨੇ ਕੀ ਬਣਨਗੇ, ਕਿੰਨੇ ਕੀ ਬਣਨਗੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਗਲਤੀ ਹੋਊਗੀ ਇਸ ਰਿਐਕਸ਼ਨ ਦੇ ਵਿੱਚ ਤਾਂ ਇਹੀ ਗਲਤੀ ਹੋਊਗੀ, ਬਾਕੀ ਰਿਐਕਸ਼ਨ ਬਹੁਤ ਸੌਖੀ ਹੈ। ਨੈਕਸਟ ਹੈ ਆਪਣੇ ਕੋਲ ਸੈਕਿੰਡ ਰਿਐਕਸ਼ਨ ਪਿਨਾਕੋਲੋਨ ਰੀਅਰੇਂਜਮੈਂਟ। ਜਦੋਂ ਆਪਾਂ ਨੇਮ ਕੀਤਾ ਸੀ, ਨੇਮਿੰਗ ਕੀਤੀ ਸੀ, ਉਹਦੇ ਵਿੱਚ ਆਪਾਂ ਦੇਖਿਆ ਸੀਗਾ ਡਾਈ ਦੀ ਨੇਮਿੰਗ ਦੇ ਵਿੱਚ ਵੀ ਇੱਕ ਪਿਨਾਕੋਲ ਆਇਆ ਸੀ, ਹੈ ਨਾ। ਤਾਂ ਉਹ ਇੱਕ ਪਿਨਾਕੋਲ ਆਇਆ ਸੀ, ਇੱਕ ਬੈਂਜ਼ ਪਿਨਾਕੋਲ ਆਇਆ ਸੀ। ਆਪਾਂ ਦੋ ਕੀਤੇ ਸੀ ਇੱਦਾਂ ਦੇ 2,3 ਡਾਈਮਿਥਾਈਲ 2,3 ਬਿਊਟੇਨ ਡਾਈਓਲ, ਜਾਂ ਫਿਰ 2,3 ਡਾਈਮਿਥਾਈਲ ਬਿਊਟੇਨ 2,3 ਡਾਈਓਲ। ਠੀਕ ਹੈ, ਕੁਛ ਵੀ ਇਹਦਾ ਨਾਮ ਤੁਸੀਂ ਕਹਿ ਸਕਦੇ ਹੋ। ਹੁਣ ਆਪਣੇ ਕੋਲ ਪਿਨਾਕੋਲ। ਹੁਣ ਇਸ ਰਿਐਕਸ਼ਨ ਦੇ ਵਿੱਚ ਕੀ ਹੋਊਗਾ, ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ, ਕੰਸਨਟ੍ਰੇਟਡ ਸਲਫਿਊਰਿਕ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਪਿਨਾਕੋਲ ਹੋਊਗਾ ਉਹ ਡੀਹਾਈਡਰੇਟ ਹੋ ਜਾਊਗਾ। ਪਹਿਲਾਂ ਤਾਂ ਡੀਹਾਈਡਰੇਟ ਹੋਣ ਤੋਂ ਬਾਅਦ ਜਿਹੜਾ ਕਾਰਬੋਕੇਟਾਇਨ ਬਣਾਊਗਾ ਉਹ ਰੀਅਰੇਂਜ ਹੋ ਕੇ ਉਸ ਤੋਂ ਬਾਅਦ ਕੀਟੋਨ ਬਣਾ ਦੂਗਾ। ਕੀਟੋਨ ਜਿਹੜੀ ਬਣੂਗੀ ਉਹ ਕਿਹੜੀ ਬਣੂਗੀ, ਮਿਥਾਈਲ। ਠੀਕ ਹੈ, ਆ ਪਿਨਾਕੋਲ ਸੀ ਆਪਣੇ ਕੋਲ। ਠੀਕ ਹੈ, ਇਹ ਪਹਿਲਾਂ ਤਾਂ ਡੀਹਾਈਡਰੇਟ ਹੋ ਗਿਆ, ਇੱਕ ਹਾਈਡਰੋਕਸਿਲ ਗਰੁੱਪ ਨਿਕਲ ਗਿਆ, ਉਸ ਤੋਂ ਬਾਅਦ ਵਾਟਰ ਨਿਕਲਿਆ। ਠੀਕ ਹੈ, ਤਾਂ ਇਹ ਰੀਅਰੇਂਜ ਹੋ ਕੇ ਕੀ ਬਣਾ ਦੂਗਾ, ਕੀਟੋਨ। ਹੁਣ ਇਹਦਾ ਨਾਮ ਜਦੋਂ ਆਪਾਂ ਲਿਖਣਾ, ਦੇਖੋ ਸਭ ਤੋਂ ਪਹਿਲਾਂ ਤਾਂ ਇੱਧਰਲਾ ਗਰੁੱਪ ਦੇਖੋ C ਡਬਲ ਬੌਂਡ ਹੋਊਗਾ, ਉਹਦੇ ਨਾਲ ਵਾਲਾ ਕਿਹੜਾ ਗਰੁੱਪ ਆ, ਮਿਥਾਈਲ। ਠੀਕ ਹੈ, ਹੁਣ ਆ ਬਾਕੀ ਦਾ ਗਰੁੱਪ ਦੇਖੋ, ਇਹਦੇ ਵਿੱਚ ਚਾਰ ਕਾਰਬਨਾਂ ਨੇ, ਇੱਕ ਕਾਰਬਨ ਦੇ ਨਾਲ ਤਿੰਨ ਕਾਰਬਨਾਂ ਜੁੜੀਆਂ ਹੋਈਆਂ ਨੇ, ਤਾਂ ਟਰਸ਼ਰੀ ਬਿਊਟਾਈਲ ਗਰੁੱਪ ਹੋ ਗਿਆ ਇਹ। ਠੀਕ ਹੈ, ਹੁਣ ਅਲਫਾਬੈਟਿਕਲ ਆਰਡਰ ਦੇ ਵਿੱਚ M ਪਹਿਲਾਂ ਆਉਂਦਾ ਕਿ T ਪਹਿਲਾਂ ਆਉਂਦਾ, M ਪਹਿਲਾਂ ਆਉਂਦਾ, ਤਾਂ ਮਿਥਾਈਲ ਟਰਸ਼ਰੀ ਬਿਊਟਾਈਲ ਕੀਟੋਨ। ਇਹਨੂੰ ਜਾਂ ਫਿਰ ਇਹਦਾ ਕਾਮਨ ਨੇਮ ਕੀ ਆ, ਪਿਨਾਕੋਲੋਨ। ਪਿਨਾਕੋਲ ਹੈ ਜਿਹੜਾ ਉਹ ਪਿਨਾਕੋਲੋਨ ਦੇ ਵਿੱਚ ਰੀਅਰੇਂਜਮੈਂਟ ਦੇ ਥਰੂ ਕਨਵਰਟ ਹੋ ਜਾਂਦਾ, ਤਾਂ ਇਸ ਨੂੰ ਕੀ ਕਹਿੰਦੇ ਆ, ਪਿਨਾਕੋਲੋਨ ਰੀਅਰੇਂਜਮੈਂਟ। ਠੀਕ ਹੈ, ਸਭ ਤੋਂ ਪਹਿਲਾਂ ਇਹ ਜਿਹੜੀ ਰਿਐਕਸ਼ਨ ਸੀ ਇਹ ਪਿਨਾਕੋਲ ਦੇ ਵਿੱਚ ਦੇਖਣ ਨੂੰ ਮਿਲੀ ਸੀ, ਤਾਂ ਕਰਕੇ ਇਸ ਦਾ ਨਾਮ ਪਿਨਾਕੋਲੋਨ ਹੈ। ਪਰ ਉਸ ਤੋਂ ਬਾਅਦ ਇਹ ਰਿਐਕਸ਼ਨ ਹੈ ਜਿਹੜੀ ਇਹ ਬਹੁਤ ਜ਼ਿਆਦਾ ਡਾਈਓਲਸ ਨੇ, ਜਿਹੜੇ ਜਿੰਨੇ ਵੀ ਡਾਈਓਲਸ ਨੇ ਸਾਰਿਆਂ ਦੇ ਵਿੱਚ ਇਹ ਦੇਖਣ ਨੂੰ ਮਿਲਦੀ ਹੈ। ਇਹ ਰਿਐਕਸ਼ਨ ਹੈ ਜਿਹੜੀ
ठीक है। तो इस रिएक्शन सारियां जिहड़ियां रिएक्शनस होणगीਆਂ इस तरह ਦੀਆਂ ਉਹਨਾਂ ਨੂੰ ਕੋਲੈਕਟਿਵਲੀ ਆਪਾਂ फिनाकोलोन रीअरेंजमेंट्स ਜਿਹੜਾ ਹੈ ਉਹ ਕਹਿ ਦਿੰਦੇ ਹਾਂ। ਹੁਣ ਇਹ ਰਿਐਕਸ਼ਨ ਹੁੰਦੀ ਕਿਵੇਂ ਹੈ, ਇਹਦਾ ਆਪਾਂ ਦੇਖਣਾ ਮੈਕੈਨਿਜ਼ਮ। ਸਭ ਤੋਂ ਪਹਿਲਾਂ ਜਿਹੜੀ ਆਪਾਂ ਉੱਥੇ ਐਗਜ਼ਾਮਪਲ ਲਈ ਸੀ ਉਹੀ ਐਗਜ਼ਾਮਪਲਾਂ ਨਾਲ ਪਹਿਲਾਂ ਮੈਕੈਨਿਜ਼ਮ ਕਰਾਂਗੇ। ਮੈਕੈਨਿਜ਼ਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਫਿਨਾਕੋਲ ਬਣਾਉਣਾ ਆਪਾਂ CH3 OH। ਇਹ ਰਿਐਕਸ਼ਨ ਨੂੰ ਧਿਆਨ ਨਾਲ ਸਮਝੋ, ਬਹੁਤ ਜ਼ਿਆਦਾ ਇੰਪੋਰਟੈਂਟ ਰਿਐਕਸ਼ਨ ਹੈ ਇਹ, ਠੀਕ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ H ਪੋਜ਼ੀਟਿਵ, ਠੀਕ ਹੈ, ਕਿਉਂਕਿ ਕੈਟਾਲਿਸਟ ਆ H ਪੋਜ਼ੀਟਿਵ ਆਇਨ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਸ਼ਨ ਹੋਊਗੀ। ਤਾਂ ਹੁਣ ਕਿਉਂਕਿ ਦੋਨੇ ਕਾਰਬਨਾਂ ਨੇ ਨਾ, ਦੋਨਾਂ ਦੇ ਨਾਲ ਸੇਮ ਹੀ ਗਰੁੱਪ ਲੱਗੇ ਹੋਏ ਨੇ, ਕਿਸੇ ਮਰਜ਼ੀ ਦੋਨੇ ਹਾਈਡਰੋਕਸਿਲ ਗਰੁੱਪ, ਠੀਕ ਹੈ, ਇਕੁਵਲੈਂਟ ਨੇ, ਤਾਂ ਕਿਸੇ ਮਰਜ਼ੀ ਹਾਈਡਰੋਕਸਿਲ ਗਰੁੱਪ ਦੀ ਪ੍ਰੋਟੋਨੇਸ਼ਨ ਕਰ ਦਿਓ। ਮੰਨ ਲਓ ਆਪਾਂ ਪਹਿਲੇ ਦੀ ਕਰਦੇ ਹਾਂ, ठीक है। मान लो ਹੁਣ ਐਰੋ ਦਾ ਧਿਆਨ ਰੱਖਿਓ, ਇੱਥੋਂ ਇਲੈਕਟ੍ਰੋਨ ਲੈ ਕੇ ਜਾਣੇ ਆਪਾਂ ਇੱਥੇ, ਇੱਥੋਂ ਇਲੈਕਟ੍ਰੋਨ ਚੱਕਣੇ ਆ ਉੱਥੇ ਲੈ ਕੇ ਜਾਣੇ ਆ, ਅਤੇ ਜਿੱਥੋਂ ਇਲੈਕਟ੍ਰੋਨ ਜਾਣਗੇ ਉੱਥੇ ਟੇਲ, ਜਿੱਥੇ ਇਲੈਕਟ੍ਰੋਨ ਜਾਣਗੇ ਉੱਥੇ ਹੈਡ ਐਰੋ ਦਾ, ਠੀਕ ਹੈ। ਤਾਂ ਇੱਥੇ ਕੀ ਬਣ ਗਿਆ ਆਪਣੇ ਕੋਲ OH2 ਆਕਸੀਜਨ ਦੇ 3 ਬੌਂਡ ਬਣ ਗਏ, ਤਾਂ ਇੱਥੇ ਆ ਗਿਆ ਪੋਜ਼ੀਟਿਵ ਚਾਰਜ। ਹੁਣ ਨੈਕਸਟ ਸਟੈਪ ਦੇ ਵਿੱਚ ਕੀ ਹੋਊਗਾ ਆਪਣੇ ਕੋਲ ਮਾਈਨਸ ਵਾਟਰ ਦਾ ਮੋਲੀਕਿਊਲ बन के जाऊगा CH3 पॉजिटिव CH3 OH, ठीक है, तो CH3 हाँ चीज़ बन गई। नैक्सट अपने को की है, उस तो बाद की होगा रीअरेंजमेंट किमें होगी, मिथाइल ग्रुप शिफ्ट होगा, ठीक है। हुण होगा किमें शिफ्ट, आ चीज़ जिहड़ी है ਇਹ ਇੱਥੇ ਆ ਜੂਗੀ ਇਸ ਕਾਰਬਨ 'ਤੇ, ਠੀਕ ਹੈ। ਦੇਖੋ ਇਲੈਕਟ੍ਰੋਨਸ ਲੈ ਕੇ ਆਇਆ ਆਪਣੇ ਨਾਲ, ਠੀਕ ਹੈ, ਕਿਉਂਕਿ ਕਾਰਬਨ ਦੇ ਪੋਜ਼ੀਟਿਵ ਚਾਰਜ 'ਤੇ ਇਲੈਕਟ੍ਰੋਨ ਚਾਹੀਦਾ, ਤਾਂ ਇਹ ਆਪਦੇ ਇਲੈਕਟ੍ਰੋਨਸ ਨਾਲ ਲੈ ਕੇ ਆਇਆ। ਐਰੋ ਦਾ ਧਿਆਨ ਰੱਖਿਓ, ਬੌਂਡ ਤੋਂ ਅੰਦਰ ਦੀਆਂ ਉਹਦਾ ਮਤਲਬ ਇਲੈਕਟ੍ਰੋਨਸ ਮਿਥਾਈਲ ਗਰੁੱਪ ਦੇ ਨਾਲ ਗਏ, ਠੀਕ ਹੈ। ਇਹ ਰੀਅਰੇਂਜਮੈਂਟ ਹੋ ਗਈ, ਇੱਥੇ ਬਣ ਗਿਆ ਆਪਣੇ ਕੋਲ CH3 CH3 ਥੱਲੇ ਲੱਗ ਗਿਆ ਜਾ ਕੇ, ਠੀਕ ਹੈ। ਉਸ ਤੋਂ ਬਾਅਦ CH3 ਪੋਜ਼ੀਟਿਵ ਇੱਥੇ ਆ ਗਿਆ, ਅਤੇ ਆ ਗਿਆ OH। ਹੁਣ ਆ ਆਕਸੀਜਨ ਕੋਲ ਲੋਨ ਪੇਅਰ ਪਿਆ, ਤਾਂ ਇਹ ਆਕਸੀਜਨ ਕੀ ਕਰੂਗਾ, ਆਪਦਾ ਲੋਨ ਪੇਅਰ ਇੱਥੇ ਡੋਨੇਟ ਕਰ ਦੂਗਾ, ਕਾਰਬਨ ਦਾ ਪੋਜ਼ੀਟਿਵ ਚਾਰਜ ਖਤਮ। ਤਾਂ ਇਹਦਾ ਕੀ ਬਣ ਗਿਆ ਆਪਣੇ ਕੋਲ CH3 ਡਬਲ ਬੌਂਡ OH ਪੋਜ਼ੀਟਿਵ CH3, ਠੀਕ ਹੈ। ਹੁਣ ਇਹਦੇ ਵਿੱਚ ਕੀ ਕਰੂਗਾ, ਇਹ ਆਕਸੀਜਨ ਹੈ ਜਿਹੜਾ ਆ ਬੌਂਡ ਖੋਲ੍ਹ ਕੇ ਬਣਾ ਲੈਂਦੇ ਹਾਂ, ਇਸ ਬੌਂਡ ਤੋਂ ਆਪਣੇ ਇਲੈਕਟ੍ਰੋਨਸ ਲੈ ਲੂਗਾ, ਅਤੇ ਆਹ ਇਲੈਕਟ੍ਰੋਨਸ ਜਦੋਂ ਆਕਸੀਜਨ ਕੋਲ ਆ ਗਏ, ਠੀਕ ਹੈ, ਇਹ ਇਲੈਕਟ੍ਰੋਨ ਜਦੋਂ ਆਕਸੀਜਨ ਕੋਲ ਆ ਗਏ ਤਾਂ ਆਕਸੀਜਨ ਹਾਈਡਰੋਜਨ ਨੂੰ ਲੂਜ਼ ਕਰ ਦੂਗਾ, ਠੀਕ ਹੈ। H ਪੋਜ਼ੀਟਿਵ ਦਾ ਲੂਜ਼, ਅਤੇ ਬਣਿਆ ਕਿ ਆਪਣੇ ਕੋਲ CH3 C ਡਬਲ ਬੌਂਡ O CH3, ठीक है। ये अपना की बन गया फिनाकोलोन, की बन गया फिनाकोल। ਹੁਣ ਇਹਦੇ ਵਿੱਚ ਧਿਆਨ ਦੇਣ ਵਾਲੀ ਚੀਜ਼ ਕੀ ਆ, ਇਹਦੇ ਵਿੱਚ ਧਿਆਨ ਦੇਣ ਵਾਲੀ ਸਿਰਫ ਇੱਕੋ ਹੀ ਚੀਜ਼ ਆ, ਆ ਵੀ ਕਾਮਨ ਹੈ, H ਪੋਜ਼ੀਟਿਵ ਆਇਆ OH2 ਬਣ ਗਿਆ, ਵਾਟਰ ਨਿਕਲ ਗਿਆ, ਇੱਥੇ ਤੱਕ ਆ ਰਿਐਕਸ਼ਨ ਕਾਮਨ ਹੈ। ਹੁਣ ਜਦੋਂ ਅੱਗੇ ਤੁਸੀਂ ਧਿਆਨ ਦਿਓਗੇ ਨਾ, ਆਹ ਕਾਰਬੋਕੇਟਾਇਨ ਜਿਹੜਾ ਬਣਿਆ 1 2 3 ਕਾਰਬਨ ਇਹਦੇ ਨਾਲ ਅਟੈਚਡ ਨੇ, ਠੀਕ ਹੈ, ਤਾਂ ਇਹ ਟਰਸ਼ਰੀ ਕਾਰਬੋਕੇਟਾਇਨ ਬਣਿਆ। ਹੁਣ ਅੱਗੇ ਜਦੋਂ ਆਹ ਸ਼ਿਫਟ ਹੋਇਆ, ਇਹ ਰੀਅਰੇਂਜ ਹੋ ਗਿਆ ਜਦੋਂ, ਉਸ ਟਾਈਮ 'ਤੇ ਆਹ ਕਾਰਬੋਕੇਟਾਇਨ ਬਣਿਆ। ਇੱਥੇ ਦੇਖੋ 1 ਅਤੇ 2, ਇਸ ਕਾਰਬਨ ਨਾਲ ਸਿਰਫ ਦੋ ਕਾਰਬਨ ਆਣੇ, ਤਾਂ ਇਹ ਤੁਹਾਨੂੰ ਸੈਕੰਡਰੀ ਲੱਗੂਗਾ, ਆਹ ਤੁਹਾਨੂੰ ਟਰਸ਼ਰੀ ਲੱਗੂਗਾ। ਪਰ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਇਸ ਕਾਰਬਨ ਦੇ ਨਾਲ ਇੱਕ OH ਗਰੁੱਪ ਵੀ ਹੈ, ਠੀਕ ਹੈ। ਹੁਣ ਕਾਰਬਨ ਦੇ ਨਾਲੋਂ ਇਹਦੇ ਵਿੱਚ ਕਿਉਂਕਿ OH ਗਰੁੱਪ ਹੈ ਜਿਹੜਾ, ਉਹਦੇ ਵਿੱਚ ਰੈਜ਼ੋਨੈਂਸ ਇਫੈਕਟ ਹੁੰਦਾ, ਲੋਨ ਪੇਅਰ ਪਿਆ ਹੁੰਦਾ, ਤਾਂ ਲੋਨ ਪੇਅਰ ਆਪਦੇ ਡੋਨੇਟ ਕਰਕੇ ਕਾਰਬਨ ਦਾ ਪੋਜ਼ੀਟਿਵ ਚਾਰਜ ਇਹ ਕੰਪਲੀਟਲੀ ਖਤਮ ਕਰ ਦਿੰਦਾ, ਠੀਕ ਹੈ। ਇੱਥੇ ਜਿਹੜਾ ਚਾਰਜ ਇਹ ਖਤਮ ਹੋ ਰਿਹਾ ਸੀ, ਇਹ ਸਿਰਫ ਇੰਡਕਟਿਵ ਇਫੈਕਟ ਕਰਕੇ ਹੋ ਰਿਹਾ ਸੀ, ਠੀਕ ਹੈ। ਇੰਡਕਟਿਵ ਇਫੈਕਟ ਹੈ ਜਿਹੜਾ ਉਹ ਕੰਪਲੀਟ ਜਿਹੜਾ ਖਤਮ ਨਹੀਂ ਕਰਦਾ ਚਾਰਜ ਨੂੰ, ਕਿਉਂਕਿ ਇਲੈਕਟ੍ਰੋਨਸ ਆਪਦੇ ਇਹ ਸਿਰਫ ਡੋਨੇਟ ਕਰਦੇ ਨੇ, ਠੀਕ ਹੈ, ਕੰਪਲੀਟਲੀ ਟਰਾਂਸਫਰ ਨਹੀਂ ਕਰਦੇ, ਇਹ ਪਾਰਸ਼ਲੀ ਡੋਨੇਟ ਕਰਦੇ ਨੇ, ਮਤਲਬ ਇਲੈਕਟ੍ਰੋਨਸ ਇਹਨਾਂ ਕੋਲ ਹੀ ਰਹਿੰਦੇ ਨੇ, ਪਰ ਉਹਦਾ ਇਫੈਕਟ ਜਿਹੜਾ ਇਸ ਕਾਰਬਨ 'ਤੇ ਦੇਖਣ ਨੂੰ ਮਿਲਦਾ। ਪਰ ਇਹਦੇ ਵਿੱਚ ਇੱਦਾਂ ਨਹੀਂ ਹੁੰਦਾ, ਇਹ ਆਪਦੇ ਇਲੈਕਟ੍ਰੋਨ ਕੰਪਲੀਟਲੀ ਡੋਨੇਟ ਕਰ ਦਿੰਦਾ ਕਾਰਬਨ 'ਤੇ ਆਕਸੀਜਨ ਬੌਂਡ ਨੂੰ,
जिथे डबल बॉन्ड बन जाता कार्बन का पॉजिटिव चार्ज कंप्लीटली खत्म हो जाता, उही पॉजिटिव चार्ज ऑक्सीजन पर आ जाता, जोड़ा कि H पॉजिटिव लूज करके वो पॉजिटिव चार्ज में फिर खत्म कर लेंदा तो डबल बॉन्ड वो बन जाता। ठीक है, यही चीज़ मैं इतने लिखी है। ठीक है, भी इट मे बी नोटेड दैट द इनिशियल कार्बोकेटायन फॉर्म्ड सीम्स टू बी मोर स्टेबल। ठीक है, मोर स्टेबल तो लैस स्टेबल, जो इनिशियली बनया वो क्योंकि टर्शरी लग रहा तो ज़्यादा स्टेबल लगूगा, सेकेंडरी लग रहा तो घट स्टेबल लगूगा। पर होंदा की है भी ये 3 कार्बन ही ने, कार्बन सिर्फ आई इफैक्ट देंदियां ने, इंडक्टिव इफैक्ट जोड़ा कि अपने कोले कंप्लीट नहीं चार्ज नूं खत्म करता, पार्शली खत्म करता। पर इत्थे रेजोनेंस होंदा OH ग्रुप का, रेजोनेंस करके चार्ज जोड़ा है वो कंप्लीटली खत्म हो जाता गा। कंप्लीटली खत्म हो जाने दे करके चार्ज ये चीज़ ज़्यादा स्टेबल बन जाती है। मतलब जो ऑक्सीजन आयन बनया अपने कोले वो पॉजिटिव चार्ज आया, ये ऑक्सीजन आयन दे विच इत्थे मैं लिखा भी सारे के सारे जोड़े एटम्स होंगे ने उन्हों का ऑक्टेट कंप्लीट होता। जिमें इस कार्बन के 4 बॉन्ड बन गए, इतने 8 पूरे हो गए, इस ऑक्सीजन के 3 तो बॉन्ड बने हुए हैं, एक पॉजिटिव चार्ज है, मतलब 8 इलैक्ट्रॉन ये भी पूरे ने। पर ये इस कार्बन का घट सी, ये भी इस कार्बन का 1 इलैक्ट्रॉन घट सीगा, तो इस करके ये दोनों स्टेबल नहीं सी। इत्थे ऑक्टेट सारिਆਂ ਦਾ पूरा है तो यह ज़्यादा स्टेबल बनता, ये बनने ਲਈ आ बनना जरूरी है। इसलिए इतों इत्थे ट्रांसफॉर्मेशन जी है ये होती है तो रीअरेंजमेंट नाल मिथाइल ग्रुप शिफ्ट हो जाता, उस तो बाद तो रिएक्शन कंप्लीट हो जाती है। नैक्सट है अपने को स्टीरियोकैमिस्ट्री। स्टीरियोकैमिस्ट्री इस रिएक्शन की की है अपने को जो मिथाइल ग्रुप है वो, क्योंकि आप देखो वैसे पॉजिटिव चार्ज इत्थे सी, इहनूं घुमा के इदां आपां इत्थे लियाउणा चाहिदा सी, पर आपां सेम डायरैक्शन दे विच ही लाया, जिथे है सी उत्थे ही लाया। ਇਹਦਾ ਕੀ ਰੀਜ਼ਨ ਹੈ? ਇਹਦਾ ਰੀਜ਼ਨ ਇਹ ਹੈ ਵੀ ਇਹ ਸੇਮ ਪਾਸਿਓਂ ਹੀ ਕਾਰਬਨ ਨਾਲ ਅਟੈਚ ਹੋਊਗਾ। ਜਦੋਂ ਇਹ ਅਟੈਚ ਹੋਊਗਾ ਤਾਂ ਨਾ ਆਹ ਬੌਂਡ ਕੰਪਲੀਟਲੀ ਟੁੱਟੂਗਾ, ਨਾ ਇੱਧਰਲਾ ਬੌਂਡ ਹੈ ਜਿਹੜਾ ਉਹ ਕੰਪਲੀਟਲੀ ਬਣੂਗਾ। ਤਾਂ ਇਸ ਦਾ ਮਤਲਬ ਕਿ ਕਿਉਂਕਿ ਇਲੈਕਟ੍ਰੋਨ ਮਿਥਾਈਲ ਗਰੁੱਪ ਕੋਲੇ ਹੈ ਤਾਂ ਮਿਥਾਈਲ 'ਤੇ ਪਾਰਸ਼ਲ ਨੈਗੇਟਿਵ ਚਾਰਜ, ਇਹਨਾਂ ਦੋਨਾਂ ਕਾਰਬਨਾਂ ਕੋਲੇ ਇੱਥੋਂ ਇਲੈਕਟ੍ਰੋਨ ਜਾ ਰਹੇ ਨੇ, ਇੱਥੇ ਇਲੈਕਟ੍ਰੋਨ ਆ ਰਹੇ ਨੇ, ਇੱਥੇ ਆਏ ਨਹੀਂ ਹੈਗੇ ਕੰਪਲੀਟਲੀ, ਇੱਥੋਂ ਕੰਪਲੀਟਲੀ ਗਏ ਨਹੀਂ ਹੈਗੇ, ਤਾਂ ਦੋਨਾਂ 'ਤੇ ਕੀ ਆ ਪੋਜ਼ੀਟਿਵ ਚਾਰਜ। ਮਿਥਾਈਲ ਗਰੁੱਪ ਕੋਲੇ ਇਹ ਇਲੈਕਟ੍ਰੋਨ ਹੈਗੇ ਨੇ, ਤਾਂ ਇੱਥੇ ਕੀ ਆ ਪਾਰਸ਼ਲ ਨੈਗੇਟਿਵ ਚਾਰਜ। ठीक है, क्योंकि सेम डायरैक्शन दे विच ही ये ऐड होगा, ना बाउंड कंप्लीटली टुटिया ना बाउंड कंप्लीटली बनया। ठीक है, उस तो बाद ये तो होगी पहली चीज़। दूसरी चीज़ इत्थे की होगी अपने कोले भी, क्योंकि सेम डायरैक्शन दे विच जदों ये बॉन्ड आया, ठीक है, इत्थों आ बॉन्ड टुटिया नहीं सीगा, ठीक है, इधरले पासे बनया नहीं सी, तो हुंदा कि इहदे विच ज़्यादातर रिएक्शनस जदों आपां देखदे हां जिवें कार्बन दे नाल OH ग्रुप लग्या होया, ठीक है, तो OH ग्रुप जो इतों चलिया जाऊगा, जिमें Br नैगेटिव ने अटैक करना इत्थे, ठीक है, तो वह पिछले पासों करता होंदा क्योंकि ये उपर भी नैगेटिव चार्ज है, तो ये आपदे इलैक्ट्रॉन लैके बाहर चलिया जाता है इस साइड तो। तो जोड़ा कार्बन का हुण नवां बॉन्ड बनूगा वो किवें बनूगा, एल्काइल ग्रुप सारे इधर आ गए, Br इधरले पासे, तो ये उल्ट गया, मतलब जिस साइड OH सी उस साइड Br नहीं आया, उस तो उल्टे पासे आया, तो इसनूं कहंदे इनवर्जन। इनवर्जन मतलब कन्फिगरेशन का उल्टना, मतलब जे यदी आर कन्फिगरेशन सीगी, आर तो एस आप कीते सी फस्ट ईयर तो यह एस होगा, जे ये एस सीगा, ठीक है, तो यह आर होगा। तो ये चीज़ है ये हुण ये की होगा इस केस के, क्योंकि की है अपने कोले सी नाल 3 चीज़ां तो हैगियां ही ने। चलो इत्थे इस कार्बन नाल जुड़ा है, नाल वाली कार्बन ते पॉजिटिव चार्ज है, ठीक है, तो ये की करूगा सी हुण ये उस साइड तो, जिस साइड तो इस कार्बन नाल बॉन्ड है उस साइड तो इस कार्बन नाल बॉन्ड बनाऊगा ये, ठीक है, तो क्योंकि उस साइड तो इस कार्बन नाल बॉन्ड बना रहा जिस साइड तो इस कार्बन नाल सीगा, तो जदों ये नाल टुट के ये नाल लगूगा, ठीक है, तो सेम साइड ही बॉन्ड बनूगा, उस साइड बॉन्ड बन गया ना जिस साइड पहला सीगा, ठीक है, तो ये उही चीज़ रहेगी कार्बन की, उही चीज़ रहेगी जी पहला सी। इतने कार्बन के 3 बॉन्ड इधर से, इतने कार्बन 3 बॉन्ड इधर चले गए, तो यह इनवर्ट हो गया, इनवर्जन हुई सी, मतलब उल्टिया सी, इनवर्ट होया सी, ठीक है। इतने की है सेम रह गया, सेम रहने कहने आप रिटेंशन, तो इतने रिटेंशन ऑफ कन्फिगरेशन होंगी है, आही चीज़ इतने है, ठीक है, क्योंकि जिस साइड ते कार्बन पहला सीगा उस साइड ते ही कार्बन दोबारे है, दूसरी कार्बन दे भी बाद भी होती है उस साइड ते है, तां करके जिहड़ी इहदी स्टीरियोकैमिस्ट्री है, स्टीरियोकैमिस्ट्री दे विच आपां की कहांगे भी रिटेंशन ऑफ कन्फिगरेशन होंदी है, ठीक है,
Alkyl groups retains its original configuration in the rearranged product, that is new bond formed will have all the same relative positions of atoms groups around it as possessed by the old bond। ਜਿਵੇਂ old bond ਦੇ ਵਿੱਚ ਮਤਲਬ 3 ਬੌਂਡ ਸੀਗੇ, ਇਹਦੇ ਵਿੱਚ ਦੇਖੋ ਇਸ ਬੌਂਡ ਦੇ 1 2 3 ਪਾਸੇ ਬੌਂਡ ਸੀ, ਇੱਥੇ ਜਦੋਂ ਬੌਂਡ ਬਣੂਗਾ ਤਾਂ ਉਹਦੇ ਵੀ 1 2 3 ਇਸੇ ਸਾਈਡ 3 ਬੌਂਡ ਨੇ, ਤਾਂ ਸੇਮ ਪੋਜੀਸ਼ਨਸ ਹੋਣਗੀਆਂ ਦੂਸਰੇ ਗਰੁੱਪਸ ਦੀਆਂ ਜਿਹੜੀਆਂ ਪਹਿਲੇ 'ਚ ਸੀ ਉਹੀ ਦੂਸਰੇ 'ਚ ਹੋਣਗੀਆਂ। ਗਰੁੱਪ ਚਾਹੇ ਡਿਫਰੈਂਟ ਕਰਨ, ਬੌਂਡਸ ਤਿੰਨਾਂ ਦੇ ਬੌਂਡ ਤਿੰਨੇ ਸੇਮ ਡਾਇਰੈਕਸ਼ਨ ਦੇ ਵਿੱਚ ਹੋਣਗੇ। ਠੀਕ ਹੈ, ਹੁਣ ਜੇ ਆਪਾਂ ਮੰਨ ਲਈਏ ਵੀ ਇਹ ਚੀਜ਼ ਨਹੀਂ ਹੁੰਦੀ, ਗਰੁੱਪ ਮਾਈਗ੍ਰੇਟ ਨਹੀਂ ਹੁੰਦਾ। ਠੀਕ ਹੈ, ਮਤਲਬ ਗਰੁੱਪ ਇਸ ਤਰੀਕੇ ਨਾਲ ਮਤਲਬ ਬਿਨਾਂ ਟੁੱਟੇ ਬਿਨਾਂ ਜੁੜੇ ਮਾਈਗ੍ਰੇਟ ਨਹੀਂ ਹੁੰਦਾ ਇਸ ਤਰੀਕੇ ਨਾਲ, ਮਤਲਬ ਪਹਿਲਾਂ ਕੰਪਲੀਟਲੀ ਟੁੱਟ ਜਾਂਦਾ ਫਿਰ ਜਾ ਕੇ ਦੁਬਾਰੇ ਜੁੜਦਾ ਉਸ ਪੋਜੀਸ਼ਨ 'ਤੇ। ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ, ਇਹ ਮੰਨ ਲਓ ਇਹ ਪੂਰੇ ਦਾ ਪੂਰਾ ਟੁੱਟ ਗਿਆ। ਠੀਕ ਹੈ, ਇਹ ਟੁੱਟ ਕੇ ਇਸ ਸਾਈਡ ਤੋਂ ਵੀ ਜੁੜ ਸਕਦਾ, ਇਹ ਟੁੱਟ ਕੇ ਇੱਧਰ ਦੀ ਘੁੰਮ ਕੇ ਆ ਕੇ ਵੀ ਜੁੜ ਸਕਦਾ। ਜੇ ਇਸ ਸਾਈਡ ਤੋਂ ਜੁੜੂਗਾ ਤਾਂ ਇਨਵਰਜ਼ਨ ਹੋਊਗੀ, ਮਤਲਬ ਰਿਟੈਂਸ਼ਨ ਹੋਊਗੀ। ਜੇ ਇਹ ਇਸ ਸਾਈਡ ਤੋਂ ਦੀ ਜੁੜੂਗਾ ਤਾਂ ਇਨਵਰਜ਼ਨ ਹੋ ਜੂਗੀ, ਆਹ ਤਿੰਨੇ ਬੌਂਡ ਦੂਸਰੇ ਪਾਸੇ ਸ਼ਿਫਟ ਹੋ ਜਾਣਗੇ। ਠੀਕ ਹੈ, ਜੇ ਇਹ ਚੀਜ਼ ਹੁੰਦੀ ਹੈ ਤਾਂ 50% ਪ੍ਰੋਡਕਟ ਹੈ ਜਿਹੜਾ ਉੱਪਰ ਜੁੜੂਗਾ, ਉਹਦੇ ਵਿੱਚ ਮਿਥਾਈਲ ਗਰੁੱਪ 50% ਪ੍ਰੋਡਕਟ 'ਚ ਮਿਥਾਈਲ ਗਰੁੱਪ ਥੱਲੇ ਜੁੜੂਗਾ, ਤਾਂ ਇਹ 50% ਮਤਲਬ ਆਰ ਬਣ ਗਿਆ, 50% ਐਸ ਬਣ ਗਿਆ। ਅਤੇ ਜਦੋਂ ਇਹ ਦੋਨੇ 50% ਬਣ ਗਏ ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਰੈਸਮਿਕ ਮਿਕਸਚਰ। ਪਰ ਇਸ ਰਿਐਕਸ਼ਨ ਦੇ ਵਿੱਚ ਕਦੇ ਵੀ ਰੈਸਮਿਕ ਮਿਕਸਚਰ ਜਿਹੜਾ ਉਹ ਨਹੀਂ ਬਣਿਆ। ਠੀਕ ਹੈ, ਨੋ ਰੈਸਮਿਕ ਵਿਚ ਐਕਚੁਅਲੀ ਡਜ਼ ਨੋਟ ਅਕਰ। ਠੀਕ ਹੈ, ਰੈਸਮਿਕ ਮਿਕਸਚਰ ਕਦੇ ਵੀ ਨਹੀਂ ਬਣਿਆ ਇਸ ਰਿਐਕਸ਼ਨ ਦੇ ਵਿੱਚ, ਤਾਂ ਕਰਕੇ ਜਿਹੜਾ ਆਹ ਮਕੈਨਿਜ਼ਮ ਹੈ ਇਹ ਟਰੂ ਹੈ, ਮਤਲਬ ਸੇਮ ਸਾਈਡ ਤੋਂ ਹੀ ਬਿਨਾਂ ਟੁੱਟੇ ਬਿਨਾਂ ਜੁੜੇ ਇਹ ਜਿਹੜੀ ਰਿਐਕਸ਼ਨ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲੇ 2 ਇੰਪੋਰਟੈਂਟ ਅਬਜ਼ਰਵੇਸ਼ਨਸ ਨੇ ਇਸ ਰਿਐਕਸ਼ਨ ਦੀਆਂ ਆਪਣੇ ਕੋਲੇ। ਪਹਿਲੀ ਜਿਹੜੀ ਅਬਜ਼ਰਵੇਸ਼ਨ ਹੈ ਉਹ ਇਹ ਵੀ ਰੈਲੇਟਿਵ ਸਟੇਬਿਲਿਟੀ ਆਫ ਕਾਰਬੋਕੇਟਾਇਨਸ, ਜਿਹੜੇ ਕਾਰਬੋਕੇਟਾਇਨਸ ਨੇ ਆਪਣੇ ਕੋਲੇ। ਠੀਕ ਹੈ, ਜਦੋਂ ਮਤਲਬ ਆਪਾਂ ਕਹਿ ਲਓ ਵੀ ਜਿੱਦਾਂ ਕਹਿੰਦੇ ਹਾਂ ਆਪਾਂ ਵੀ ਮੰਨ ਲਓ ਅਲੱਗ-ਅਲੱਗ ਗਰੁੱਪਸ ਜਿਹੜੇ ਨੇ ਉਹ ਜੁੜੇ ਹੋਏ ਨੇਗੇ ਕਾਰਬਨਸ ਦੇ ਨਾਲ, ਦੋਨਾਂ ਕਾਰਬਨਸ ਦੇ ਨਾਲ। ਜਿੱਥੇ ਜਿਵੇਂ ਆਹ ਚੀਜ਼ ਆ ਆਪਣੇ ਕੋਲੇ C6H5 ਇਸ ਕਾਰਬਨ ਨਾਲ ਦੋਨੇ C6H5 ਨੇ, ਇਸ ਕਾਰਬਨ ਨਾਲ ਦੋਨੇ CH3 ਨੇ। ਠੀਕ ਹੈ, ਇੱਥੇ ਕੁਛ ਨਹੀਂ ਹੈਗਾ, CH3 ਹੈ ਸਿੰਪਲੀ, ਆ ਵੀ CH3। ਠੀਕ ਹੈ, ਤਾਂ ਹੁਣ ਇੱਥੇ 2 ਤਰ੍ਹਾਂ ਦੇ ਕਾਰਬੋਕੇਟਾਇਨਸ ਬਣ ਸਕਦੇ ਨੇ। ਇੱਕ ਤਾਂ ਆਹ ਹਾਈਡਰੋਕਸਿਲ ਗਰੁੱਪ 'ਤੇ ਅੱਛਾ ਪੋਜ਼ੀਟਿਵ ਲੱਗ ਜੂ ਅਤੇ ਇੱਥੋਂ ਵਾਟਰ ਨਿਕਲ ਜੂ, ਇੱਥੇ ਪੋਜ਼ੀਟਿਵ ਚਾਰਜ ਆਇਆ ਜਿੱਥੇ ਦੋਨੇ ਮਿਥਾਈਲ ਗਰੁੱਪ ਲੱਗੇ ਹੋਏ ਨੇ। ਦੂਸਰਾ ਦੂਸਰੀ ਕਾਰਬਨ ਦੇ ਲੱਗ ਗਿਆ ਪੋਜ਼ੀਟਿਵ ਜਿੱਥੇ ਦੋਨੇ ਫਿਨਾਈਲ ਗਰੁੱਪਸ ਲੱਗੇ ਹੋਏ ਨੇ। ਹੁਣ ਆਪਾਂ ਨੂੰ ਪਤਾ ਵੀ ਇਹਨਾਂ ਦੋਨਾਂ ਦੇ ਵਿੱਚ ਰੈਜ਼ੋਨੈਂਸ ਹੁੰਦੀ ਆ, ਇਹਨਾਂ ਦੋਨਾਂ ਦਾ ਇੰਡਕਟਿਵ ਇਫੈਕਟ ਹੁੰਦਾ। ਸਿਰਫ ਇੰਡਕਟਿਵ ਇਫੈਕਟ ਕਰਕੇ ਲੈਸ ਸਟੇਬਿਲਿਟੀ ਆਉਂਦੀ ਹੁੰਦੀ ਹੈ, ਰੈਜ਼ੋਨੈਂਸ ਕਰਕੇ ਕਿਉਂਕਿ ਆ ਪੋਜ਼ੀਟਿਵ ਚਾਰਜ ਜਿਹੜਾ ਇਸ ਬੈਂਜ਼ੀਨ ਰਿੰਗ ਦੇ ਉੱਪਰ ਵੀ ਘੁੰਮ ਜੂਗਾ, ਕਾਰਬਨ ਤੋਂ ਖਤਮ ਹੋ ਜੂ, ਇਸ ਬੈਂਜ਼ੀਨ ਰਿੰਗ ਦੇ ਉੱਪਰ ਵੀ ਘੁੰਮ ਜੂ, ਇੱਥੋਂ ਕਾਰਬਨ ਤੋਂ ਖਤਮ ਹੋ ਜੂ, ਤਾਂ ਇਹ ਜ਼ਿਆਦਾ ਸਟੇਬਲਾਈਜ਼ ਹੋ ਜਾਂਦਾ ਐਜ਼ ਕੰਪੇਅਰ ਟੂ ਇੰਡਕਟਿਵ ਇਫੈਕਟ ਦੇ। ਅਤੇ ਆਹ ਜਿਹੜਾ ਹੈ ਇਹ ਜ਼ਿਆਦਾਤਰ ਬਣਦਾ ਕਾਰਬੋਕੇਟਾਇਨ, ਆਹ ਕਾਰਬੋਕੇਟਾਇਨ ਨਹੀਂ ਬਣਦਾ। ਠੀਕ ਹੈ, ਤਾਂ ਆਹ ਰਿਐਕਸ਼ਨ ਜਿਹੜੀ ਹੈ ਉਹ ਅਕਰ ਕਰੂਗੀ, ਆਹ ਰਿਐਕਸ਼ਨ ਅਕਰ ਨਹੀਂ ਕਰੂਗੀ। ਰੂਟ 1 ਡਜ਼ ਨੋਟ ਅਕਰ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਿਓ। ਤਾਂ ਪ੍ਰੋਡਕਟ ਹੈ ਜਿਹੜਾ ਇਹਦੇ ਇਹਦਾ ਪ੍ਰੋਡਕਟ ਬਣੂਗਾ, ਆਹ ਪ੍ਰੋਡਕਟ ਨਹੀਂ ਬਣੂਗਾ। ਹੁਣ ਦੇਖ ਲਓ ਦੋਨਾਂ ਦੇ ਵਿੱਚ ਫਰਕ ਕੀ ਆ, ਫਰਕ ਇਹੀ ਆ, ਇਹ C6H5 ਇਸ ਕਾਰਬਨ ਨਾਲ 2 C6H5 ਇੱਕ CH3 ਗਰੁੱਪ ਆ, ਇਸ ਕਾਰਬਨ ਨਾਲ 2 CH3 ਇੱਕ C6H5 ਆ। ਕਾਰਬਨ ਡਬਲ ਬੌਂਡ ਦੇ ਆਕਸੀਜਨ ਡਬਲ